अस्सलामुअलैकुम जी। खालिद महमूद पी के ऑफ बूरेवाला जी। मेरे चैनल ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ, ਸ਼ੇਅਰ ਲਾਜ਼ਮੀ ਕਰਨਾ ਹੈ ਔਰ ਕਮੈਂਟ ਦੇ ਵਿੱਚ ਜਿਹੜੀ ਵੀ ਵੀਡੀਓ ਸਾਡੀ ਦੇਖਦੇ ਹੋ ਕਮੈਂਟ 'ਚ ਲਾਜ਼ਮੀ ਦੱਸਣਾ ਹੈ ਕਿ ਵੀਡੀਓ ਕੈਸੀ ਲੱਗੀ ਆ। ਅਗਰ ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਹੋਵੇ ਤੇ ਸਾਡੀ ਵੀਡੀਓ ਦੇ ਵਿੱਚ ਸਾਨੂੰ ਲਾਜ਼ਮੀ ਦੱਸਿਆ ਕਰੋ ਤਾਂ ਕਿ ਆਇੰਦਾ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਕੋਈ ਗਲਤੀ ਹੋਵੇ ਉਹ ਅਸੀਂ ਦੂਰ ਕਰ ਸਕੀਏ। ਅੱਜ ਸਾਡੇ ਕੋਲੇ ਦੋਸਤ ਆਏ ਹੋਏ ਆ, ਉਸਤਾਦ ਮੁਹੰਮਦ ਅਸ਼ਰਫ ਲਖਵੀਰਾ ਸਾਹਿਬ, ਸ਼ਹਿਰ ਫਰੀਦ ਤੋਂ ਆ ਜੀ। ਸ਼ਹਿਰ ਫਰੀਦ ਚਿਸ਼ਤੀਆਂ ਇੱਕ ਐਸਾ ਸ਼ਹਿਰ ਆ ਕਿ ਜਿੱਥੇ ਬਹੁਤ ਅੱਛਾ ਸ਼ੌਕ ਹੁੰਦਾ ਹੈ ਅਤੇ ਭਰਾਵਾਂ ਦਾ ਵੀ ਹੁੰਦਾ ਅਤੇ ਬਹੁਤ ਅੱਛੇ ਦੋਸਤਾਂ ਦਾ ਵੀ ਹੁੰਦਾ ਅਤੇ ਆਪਸ 'ਚ ਬੈਠ ਕੇ ਇਹ ਸ਼ੌਕ ਕਰਦੇ ਆ ਅਤੇ ਸ਼ੌਕ ਹੀ ਕਰਦੇ ਆ ਜੀ। ਇਹਨਾਂ ਦੇ ਨਾਲ ਉਸਤਾਦ ਅਸ਼ਰਫ ਦੇ ਨਾਲ ਸਾਡੇ ਬੂਰੇਵਾਲਾ ਦੇ ਉਸਤਾਦ ਮੁਹਤਰਮ ਉਸਤਾਦ ਆਜ਼ਾਦ ਸਾਹਿਬ ਬੂਰੇਵਾਲਾ ਦੀ ਸਾਡੀ ਪਹਿਚਾਣ ਬੈਠੇ ਹੋਏ ਆ ਜੀ। ਇਹਨਾਂ ਦੇ ਨਾਲ ਹੀ ਸਾਡੇ ਹਾਜੀ ਰਜਬ ਅਲੀ ਸਾਹਿਬ 435 ਅਤੇ 423 ਐਨਕਾਂ ਤੋਂ ਜੀ ਇਹ ਬੈਠੇ ਹੋਏ ਆ ਜੀ। ਇਹ ਭਾਈ ਅਸਮਾਨ ਉਰਫ ਕਾਕਾ ਉਸਤਾਦ ਦੇ ਬੇਟੇ ਵੀ ਆ ਅਤੇ ਦੋਸਤ ਵੀ ਸਮਝ ਲਓ ਔਰ ਇਹਨਾਂ ਦੇ ਮੁਹਾਵਤ ਵੀ ਸਮਝ ਲਓ ਕਬੂਤਰਾਂ ਦੇ। ਇਹਨਾਂ ਦੇ ਨਾਲ ਹੀ ਦੀਵਾਨ ਪੀਰ ਆਲਮ ਸ਼ੇਰ ਸਾਹਿਬ ਬੈਠੇ ਹੋਏ ਆ ਜੀ। ਇਹ ਵੀ ਬਹੁਤ ਅੱਛੇ ਹਾਜੀ ਸ਼ੇਰ ਦੇ ਸ਼ੌਕੀਨ ਦੋਸਤ ਵੀ ਆ ਅਤੇ ਉਸਤਾਦ ਵੀ ਆ ਜੀ। ਇਹਨਾਂ ਦੇ ਨਾਲ ਹੀ ਯੰਗ ਪਲੇਅਰ ਇੱਕ ਬੈਠੇ ਆ ਮਬੀਨ ਭਾਈ, ਇਹ ਕਾਕੇ ਅਸਮਾਨ ਦੇ ਦੋਸਤ ਵੀ ਆ ਅਤੇ 503 EB ਦੇ ਆ। ਇਹ ਵੀ ਸ਼ਿਕਾਰੀ ਬਸ ਸ਼ੁਰੂ ਹੋ ਗਏ ਇਨਸ਼ਾਅੱਲਾ ਤਾਲਾ, ਕੋਈ 2-4 ਸਾਲ ਤੱਕ ਇਹ ਵੀ ਆਪਣੇ ਕੋਈ ਕਰਾਮਾਤ ਦਿਖਾਉਣੇ ਸ਼ੁਰੂ ਕਰ ਦੇਣਗੇ। ਅਤੇ ਇੱਧਰ ਸਾਡੇ ਮੇਰੇ ਨਾਲ ਜਿਹੜੇ ਬੈਠੇ ਹੋਏ ਆ ਉਸਤਾਦ ਮੁਹੰਮਦ ਅਸ਼ਫਾਕ ਭੱਟੀ ਸਾਹਿਬ ਜੀ, ਲਾਲ ਹਵੇਲੀ ਵਾਲੇ ਆ ਜੀ। ਇਹ ਬਾਊ ਡੋਗਰ ਦੇ ਸ਼ਾਗਿਰਦ ਆ। ਬਾਊ ਡੋਗਰ ਮਰਹੂਮ ਅੱਲਾਹ ਤਾਲਾ ਉਹਨੂੰ ਜੰਨਤ ਜਗ੍ਹਾ ਦੇਵੇ, ਉਹਨਾਂ ਦੇ ਸ਼ਾਗਿਰਦ ਆ ਲਾਲ ਹਵੇਲੀ ਵਾਲੇ ਉਸਤਾਦ ਮੁਹੰਮਦ ਇਸ਼ਫਾਕ ਭੱਟੀ ਸਾਹਿਬ ਜੀ। ਹੁਣ ਅਸੀਂ ਆਪਣੇ ਅਸਲ ਮੌਜੂ 'ਤੇ ਆਉਣੇ ਆ, ਜਿਸ ਮੌਜੂ 'ਤੇ ਅਸੀਂ ਉਸਤਾਦ ਹੋਣਾ ਨਾਲ ਕੋਈ ਗੱਲਬਾਤ ਕਰਨੀ ਆ ਮਾਲੂਮਾਤੀ। ਇਹ ਅਸੀਂ ਇੱਕ ਪ੍ਰੋਗਰਾਮ ਬਣਾਇਆ, ਉਹਦੇ ਵਾਸਤੇ ਇਨਸ਼ਾਅੱਲਾਹ ਤਾਲਾ ਉਸਤਾਦ ਸਾਹਿਬ ਰੋਸ਼ਨੀ ਪਾਉਣਗੇ ਅਤੇ ਬਹੁਤ ਅੱਛੇ ਵਿਊ ਦੇ ਨਾਲ ਹਰ ਚੀਜ਼ ਦੱਸਿਆ ਕਰਾਂਗੇ। ਇਹ ਮਾਲੂਮਾਤੀ ਪ੍ਰੋਗਰਾਮ ਹੈ ਇਨਸ਼ਾਅੱਲਾਹ ਤਾਲਾ। ਇਹ 8 ਦਿਨ ਦੇ ਵਿੱਚ ਇੱਕ ਅੱਧੀ ਵੀਡੀਓ ਇਨਸ਼ਾਅੱਲਾਹ ਤਾਲਾ ਉਸਤਾਦ ਉਹਨਾਂ ਨੇ ਕਿਹਾ ਕਿ ਆਪਾਂ ਲਾਜ਼ਮੀ ਲਾਇਆ ਕਰਾਂਗੇ। ਵੈਸੇ ਵੀ ਦੋਸਤਾਂ ਦੀ ਖਿਦਮਤ ਕਰਦੇ ਆ, ਜਿਹੜੇ ਵੀ ਚੀਜ਼ ਪੁੱਛਣੀ ਹੁੰਦੀ ਆ ਇਹਨਾਂ ਨੇ ਕਦੀ ਵੀ ਲੁਕੋਈ ਨਹੀਂ ਹੈਗੀ। ਉਸਤਾਦ ਹਜ਼ਰਾਤ ਜੇਬ 'ਚ ਗੋਲੀਆਂ ਪਾ ਕੇ ਲੈ ਆਉਂਦੇ ਆ, ਜਾਂ ਗਰਮ ਕਰਨ ਵਾਲੇ ਸੌਦੇ ਦਾਲਚੀਨੀ ਵੱਡੀ ਇਲਾਇਚੀ ਹੁੰਦੀ ਅਤੇ ਉਸ ਸ਼ਾਗਿਰਦਾਂ ਨੂੰ ਦੱਸਦੇ ਨਹੀਂ। ਅਤੇ ਉਸਤਾਦਾਂ ਨੇ ਬੇਲੌਸ ਜਦੋਂ ਵੀ ਕੋਈ ਚੀਜ਼ ਦੱਸੀ ਆ ਬੇਲੌਸ ਦੱਸੀ ਆ। ਅਤੇ ਇਹਨਾਂ ਨੇ ਇਸ ਚੀਜ਼ ਦਾ ਇੱਕ ਅਹਿਦ ਕਰ ਲਿਆ ਕਿ ਜਿਹੜੀ ਮੇਰੇ ਇਲਮ 'ਚ ਚੀਜ਼ ਹੈਗੀ ਆ, ਜਿਹੜਾ ਵੀ ਦੋਸਤ ਕੋਈ ਸਵਾਲ ਕਰੇਗਾ ਉਹ ਇਨਸ਼ਾਅੱਲਾਹ ਤਾਲਾ ਵੀਡੀਓ ਬਣਾ ਕੇ ਤਫਸੀਲ ਨਾਲ ਉਹਨਾਂ ਨੂੰ ਦੱਸੀ ਜਾਇਆ ਕਰੇਗੀ ਔਰ ਇਨਸ਼ਾਅੱਲਾਹ ਤਾਲਾ ਅੱਛੇ ਤੋਂ ਅੱਛਾ ਪੈਗਾਮ ਵੀ ਦਿੱਤਾ ਜਾਇਆ ਕਰੇਗਾ। ਇਹ ਮਾਲੂਮਾਤੀ ਪ੍ਰੋਗਰਾਮ ਦੇ ਵਿੱਚ ਉਸਤਾਦ ਆਜ਼ਾਦ ਸਾਹਿਬ ਨੂੰ ਅਸੀਂ ਇਹ ਗੱਲ ਪੁੱਛਦੇ ਹਾਂ ਕਿ ਉਸਤਾਦ ਜੀ ਜਿਹੜੇ ਪ੍ਰੋਗਰਾਮ ਸ਼ੌਕੀਨ ਹਜ਼ਰਾਤ ਜਿਹੜੇ ਆ ਜਿੰਨੇ ਵੀ ਆ ਮਾਲੂਮਾਤੀ ਜਿਹੜੇ ਅਸੀਂ ਇਜ਼ਾਫਾ ਕਰ ਰਹੇ ਹਾਂ ਇਹ ਪ੍ਰੋਗਰਾਮ ਦੇ ਵਿੱਚ ਸ਼ੌਕੀਨ ਹਜ਼ਰਾਤ ਵਾਸਤੇ ਮਾਲੂਮਾਤੀ ਜਿਹੜਾ ਇਜ਼ਾਫਾ ਕਰਾਂਗੇ ਔਰ ਇਨਸ਼ਾਅੱਲਾਹ ਤਾਲਾ ਅੱਛੀ ਤੋਂ ਅੱਛੀ ਟਿਪ ਵੀ ਦਿਆ ਕਰਾਂਗੇ। ਔਰ ਉਸਤਾਦਾਂ ਨੂੰ ਅੱਜ ਅਸੀਂ ਇਹ ਗੱਲ ਪੁੱਛਦੇ ਹਾਂ ਕਿ ਉਸਤਾਦ ਜੀ ਜਿਹੜੇ ਕਬੂਤਰ ਨਵੇਂ ਕੱਢੀ ਦੇ ਆ ਅਤੇ ਪ੍ਰਵਾਜ਼ ਚੜ੍ਹ ਜਾਂਦੇ ਆ ਔਰ ਚੜ੍ਹਨ ਤੋਂ ਬਾਅਦ ਪਾਣੀ ਵੀ ਚੁੱਕ ਲੈਂਦੇ ਆ, ਚੱਕਣ ਤੋਂ ਬਾਅਦ 2-4 ਪ੍ਰਵਾਜ਼ਾਂ ਉਸ ਤੋਂ ਬਾਅਦ ਕਬੂਤਰ ਸੁੱਜ ਜਾਂਦੇ ਆ, ਉਹਦੇ ਮੁਤਲਕ ਉਸਤਾਦ ਨੂੰ ਅਸੀਂ ਲਾਜ਼ਮੀ ਪੁੱਛਾਂਗੇ ਅੱਜ ਜੀ। ਉਸਤਾਦ ਜੀ ਦੱਸੇ। बिस्मिल्लाहिर्रहमानिर्रहीम। चूँकि
ਅੱਜ ਮਾਲੂਮਾਤੀ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਹੁਣੇ ਮਾਲੂਮਾਤੀ ਪ੍ਰੋਗਰਾਮ ਚਾਹੀਦੇ ਨੇ ਕਿਉਂਕਿ ਜਿਹੜੇ ਨੌਜਵਾਨ ਸ਼ਿਕਾਰੀ ਇਹਨਾਂ ਦੀ ਤਾਦਾਦ ਦਿਨ ਬ ਦਿਨ ਵੱਧ ਰਹੀ ਹੈ। ਇਸ ਵਾਸਤੇ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਕਿਸੇ ਕਿਸਮ ਦੀ ਮੁਹਤਾਜੀ ਜਿਹੜੀ ਉਸਤਾਦਾਂ ਕੋਲੋਂ ਜਾਂ ਪੁਰਾਣਿਆਂ ਬੰਦਿਆਂ ਕੋਲੋਂ ਪੁੱਛਣ ਵਾਲੀ ਆ ਕਿ ਬਗੈਰ ਕਿਸੇ ਪੈਸੇ ਤੋਂ ਅਸੀਂ ਰਹਿਬਰੀ ਕਰਾਂਗੇ ਤਾਂ ਕਿ ਇਹ ਨੌਜਵਾਨ ਵੀ ਪ੍ਰਮੋਟ ਹੋ ਕੇ ਅੱਛੀਆਂ ਮੁਕਾਬਲਿਆਂ 'ਚ ਹਿੱਸਾ ਲੈ ਸਕਣ। ਇਹ ਸਿਰਫ ਨੌਜਵਾਨਾਂ ਵਾਸਤੇ ਆ ਜਿਹੜੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਇਲਮ ਨਹੀਂ। ਜਿਹੜੀ ਗੱਲ ਖਾਲਿਦ ਪੀਕੇ ਸਾਹਿਬ ਨੇ ਸੁੱਜਣ ਵਾਲੀ ਕੀਤੀ ਆ, ਇਹ ਸੁੱਜਣ ਦੇ ਕਬੂਤਰ ਦੀ ਕਈ ਵਜੂਹਾਤ ਹੁੰਦੀਆਂ ਨੇ। ਇਹ ਇੱਕ ਵਜੂਹਾਤ ਨਹੀਂ ਕਿ ਆਖਿਆ ਜੀ ਪਾਣੀ ਦਿੱਤਾ ਸੁੱਜ ਗਿਆ। ਜਿਹੜੇ ਕਬੂਤਰਾਂ ਨੂੰ ਪਾਣੀ ਹਜੇ ਚੁਕਾਇਆ ਹੀ ਨਹੀਂ ਹੁੰਦਾ ਉਹ ਵੀ ਤਾਂ ਸੁੱਜ ਜਾਂਦੇ ਨਾ ਜੀ। ਦਰਅਸਲ ਇਹ ਕਿਸੇ ਐਸੇ ਅੰਦਰੂਨੀ ਡਿਫੈਕਟ ਜਿਹਦੇ ਨਾਲ ਕਬੂਤਰ ਬਲੌਕੇਜ ਹੁੰਦਾ, ਰੁਕ ਜਾਂਦਾ ਔਰ ਉਹ ਫਿਰ ਸੁੱਜਣ ਦੀ ਵਜ੍ਹਾ ਬਣਦਾ। ਜੋ ਜ਼ੋਰ ਲਾਉਣ ਲੱਗਦਾ, ਜੇ ਕਬੂਤਰ ਨੇ ਪਾਣੀ ਨਾ ਦਿੱਤਾ ਹੋਵੇ ਤੇ ਉਹਦਾ ਜਿਸਮ ਦਾ ਜਿਹੜਾ ਪਾਣੀ ਆ ਉਹ ਮੁਖਤਲਿਫ ਜਗ੍ਹਾ 'ਤੇ ਮੁੰਤਕਿਲ ਹੋ ਕੇ ਉਹ ਸੋਜੇ ਦੀ ਵਜ੍ਹਾ ਬਣਦਾ। ਅਗਰ ਉਹਨੂੰ ਪਾਣੀ ਜਿਹੜਾ ਅਸੀਂ ਦਿੰਦੇ ਨਲਕੀ ਨਾਲ 2 ਸੀ 4 ਸੀ 5 ਸੀ ਥੋੜ੍ਹਾ ਦਿੱਤਾ ਹੋਵੇ ਉਹ ਵੀ ਰੁਕ ਜਾਏ ਤੇ ਉਹ ਬਜਾਏ ਬੈਠ ਵਾਲੀ ਜਗ੍ਹਾ 'ਤੇ ਜਾਣ ਦੇ ਉਹ ਜਿਸਮ 'ਚ ਫੈਲ ਜਾਂਦਾ। ਇਸ ਤਰ੍ਹਾਂ ਹੋਰ ਵੀ ਕਈ ਵਜੂਹਾਤ, ਗਰਮ ਸਰਦ ਹੋਣ ਦੀ ਵਜੂਹਾਤ ਵੀ ਨੇ। ਖਾਸ ਕਰ ਜਿਹੜੇ ਕਬੂਤਰ ਰੁਕਦੇ ਆ ਇਹ ਸੋਜ਼ਿਸ਼ ਦੀ ਵਜ੍ਹਾ ਬਣਦੇ ਨੇ। ਬਰਕਤ ਮੈਂ ਸਮਝਦਾ ਵੀ ਚਲੋ ਕੋਈ ਵਜ੍ਹਾ ਵੀ ਬਣਦੇ ਨੇ, ਤਸ਼ਖੀਸ ਇਹਦੀ ਕੋਈ ਲੈਬੋਰਟਰੀ ਤਾਂ ਕਰਦੀ ਨਹੀਂ ਵੀ ਕਿਉਂ ਸੁੱਜਿਆ, ਲੇਕਿਨ ਇੱਕ ਅਸੀਂ ਤੁਹਾਨੂੰ ਇਲਾਜ ਇਹਨਾਂ ਦਾ ਜ਼ਰੂਰ ਦੱਸਾਂਗੇ 2-4 ਤਰੀਕਿਆਂ ਨਾਲ ਕਿ ਤੁਸੀਂ ਤੁਹਾਡੇ ਵਾਸਤੇ ਸੁੱਜਣ ਵਾਲੇ ਕਬੂਤਰ ਨੂੰ ਠੀਕ ਕਰਨਾ ਆਸਾਨ ਹੋ ਜਾਏ ਔਰ ਉਹ ਪਰਵਾਜ਼ ਵੀ ਆਪਣੀ ਬਰਕਰਾਰ ਰੱਖੇ, ਉਹਦੇ 'ਚ ਵੀ ਕਿਸੇ ਕਿਸਮ ਦੀ ਕਮੀ ਕੁਤਾਹੀ ਨਾ ਹੋਵੇ। ਅੱਜ ਤੋਂ ਕੋਈ 30-35 ਸਾਲ ਪਹਿਲਾਂ 475 ਬੋਦਲਿਆਂ ਵਾਲਾ ਤਹਿਸੀਲ ਵਿਹਾੜੀ, ਜਿਹੜੀ ਤਕਰੀਬਨ ਬੂਰੇ ਦੇ ਸ਼ੁਮਾਰ ਆ ਲੇਕਿਨ 75 ਬੋਦਲਿਆਂ ਵਾਲਾ ਵਿਹਾੜੀ ਤਹਿਸੀਲ 'ਚ, ਉਹ ਬੂਰੇ ਵਾਲ ਦਾ ਹਿੱਸਾ। ਉੱਥੇ ਇੱਕ ਕਬੂਤਰ 64 ਥਾਣਾ ਯੂਸਫਾਬਾਦ, ਜ਼ਿਲ੍ਹਾ ਸਾਹੀਵਾਲ। 64 ਥਾਣਾ ਯੂਸਫਾਬਾਦ, ਜ਼ਿਲ੍ਹਾ ਸਾਹੀਵਾਲ ਦੇ 'ਚ ਇੱਕ ਸਰਾਜ, ਜਿਹਨੂੰ ਸਰਾਜ ਲੰਗੇ ਤੋਂ ਨਾਂ ਤੋਂ ਮਸ਼ਹੂਰ ਸੀ, ਉਹਦੇ ਕੋਲ ਇੱਕ ਸਰਾਜੀ ਵਾਲਾ ਕਬੂਤਰ ਮਸ਼ਹੂਰ ਸੀ। ਅਤੇ ਉਹ ਕਬੂਤਰ ਇਸ ਤਰ੍ਹਾਂ ਦਾ ਸੀ ਵੀ ਜਿਸ ਤਰ੍ਹਾਂ ਬੰਦੇ ਪ੍ਰੋਫੈਸ਼ਨਲ ਲੋਕਾਂ ਨੂੰ ਕਬਜ਼ਿਆਂ 'ਤੇ ਲੈ ਜਾਂਦੇ ਆ, ਇੱਦਾਂ ਹੀ ਉਸ ਕਬੂਤਰ ਨੂੰ ਇਸਤੇਮਾਲ ਕੀਤਾ ਜਾਂਦਾ ਸੀ। ਉੱਥੇ ਲਿਜਾ ਕੇ ਜਿੱਥੇ ਕੋਈ ਕਬੂਤਰ ਕਿਸੇ ਸ਼ਹਿਰ 'ਚ ਨਹੀਂ ਹਾਰਦਾ ਸੀ ਅਤੇ ਉਸ ਕਬੂਤਰ ਨੂੰ ਲਿਜਾ ਕੇ ਉਹਦੇ ਥਰੂ ਹਰਾਇਆ ਜਾਂਦਾ ਸੀ। ਉਹ ਕਬੂਤਰ ਇੱਥੇ ਸਰਾਜ ਲੰਗੇ ਨੇ ਉਸਤਾਦ ਗਫੂਰੇ ਨੂੰ ਦੇ ਦਿੱਤਾ, 75 ਵਾਲੇ ਨੂੰ। ਬਹੁਤ ਬੜਾ ਉਸਤਾਦ ਸੀ। 75 'ਚੋਂ ਜਿਸ ਵੇਲੇ ਬਾਜ਼ੀ ਉੜਿਆ ਅਤੇ ਬਿਲਕੁਲ ਤਿਆਰ ਕਬੂਤਰ ਸੀ ਅਤੇ ਸ਼ਾਮ ਨੂੰ ਬਿਠਾਇਆ ਅਤੇ ਸੁੱਜ ਗਿਆ। ਉਹਦੀ ਯਾਨੀ ਪੜੋਲੇ ਤਰ੍ਹਾਂ ਸੁੱਜ ਗਿਆ। ਹੁਣ ਦੇਖੋ ਨਾ ਉਸਤਾਦਾਂ ਨੇ ਕੀ ਕੀਤਾ ਕਿ ਉਹ ਜਿਹੜਾ ਪਾਣੀ ਸੀ ਨਾ ਕਬੂਤਰ ਦੀ ਛਾਤੀ 'ਤੇ ਸੋਚ 'ਚ ਆਇਆ, ਉਹਨਾਂ ਨੇ ਬਲੇਡ ਨਾਲ ਉਹਦੇ ਪੱਚ ਲਾ ਕੇ, ਪੱਚ ਮੇਰੀ ਮੌਜੂਦਗੀ 'ਚ ਮੈਂ ਖੁਦ ਦੇਖਿਆ, ਅਤੇ ਸੁੱਕੀ ਫਟਕੜੀ ਲੈ ਕੇ ਉਹਨਾਂ ਜ਼ਖਮਾਂ ਦੇ ਉੱਤੇ ਉਹਨੇ ਲਾ ਕੇ ਅਤੇ ਉਹਨੂੰ ਖੁਸ਼ਕ ਕੀਤਾ ਅਤੇ ਸੁਬਾਹ ਬਾਜ਼ੀ ਛੱਡਿਆ ਅਤੇ ਦੂਸਰੇ ਦਿਨ ਕਬੂਤਰ 5 ਵਜੇ ਦੇ ਕਰੀਬ ਉਹ ਜਿੱਤ ਗਿਆ। ਯਾਨੀ ਇਸ ਤਰ੍ਹਾਂ ਵੀ ਇਲਾਜ ਕਰਦੇ ਸੀ। ਲੇਕਿਨ ਇਹ ਚੂँਕਿ ਅਜ਼ੀਅਤ ਵਾਲੀ ਦਵਾਈ ਹੈ, ਮੈਂ ਇਸ 'ਤੇ ਇਤਫਾਕ ਨਹੀਂ ਕਰਦਾ। ਮੈਂ ਤੁਹਾਨੂੰ ਇੱਕ ਉਹ ਗੱਲਾਂ ਦੱਸਾਂਗਾ ਜਿਹੜੀਆਂ ਲਿਖ ਲਓ ਹੁਣ ਤੁਸੀਂ। ਪਹਿਲੀ ਜਿਹੜੀ ਸੋਜੇ ਦੀ ਦਵਾਈ ਆ, ਇਹ ਉਸਤਾਦ ਅਬਦੁੱਲਾ ਲੋਹਾਰ ਉਕਾੜਵੀ, ਜਿਹੜਾ ਬਹੁਤ ਬੜਾ ਉਸਤਾਦ ਸੀ ਪਾਕਿਸਤਾਨ 'ਚ, ਇਹ ਮੈਨੂੰ ਉਸ ਨੇ ਦੱਸੀ ਸੀ ਔਰ ਬੜੀ ਕਾਮਯਾਬ ਆਜ਼ਮੂਦਾ ਸੋਜੇ ਦੀ ਦਵਾਈ ਆ। ਅਤੇ ਲਿਖਣ ਵਾਲੇ ਹਜ਼ਰਾਤ ਹੁਣ ਕਲਮ ਨਾਲ ਲਿਖ ਲਓ ਤਾਂ ਕਿ ਤੁਹਾਡੀ ਯਾਦਦਾਸ਼ਤ ਸਹੀ ਰਹੇ। ਸੁੰਡ 1 ਤੋਲਾ, ਸੁੰਡ 1 ਤੋਲਾ ਕੱਪੜ ਛਾਣ ਕਰ ਲੈਣੀ, ਕੁੱਟ ਕੇ ਪੀਸ ਲੈਣੀ। ਪੂਰੀ ਮਿਰਚ 1 ਤੋਲਾ ਕੁੱਟ ਕੇ ਕੱਪੜ ਛਾਣ ਕਰ ਲੈਣੀ। 2 ਚੀਜ਼ਾਂ। ਖੂਨ ਸ਼ੋਸ਼ਾਂ, ਜਿਹਨੂੰ ਹਰਬਲ ਦਮਲ ਅਖਵੈਣ ਵੀ ਕਹਿੰਦੇ ਆ, ਉਹਨੂੰ ਪੀਸ ਲੈਣਾ, ਰਗੜ ਲੈਣਾ, ਕੱਪੜ ਛਾਣ ਨਹੀਂ ਕਰਨਾ ਉਹਨੂੰ, ਉੱਦਾਂ ਪੀਸੀ ਜਾਂਦੀ ਹੈ। ਮੁਸੱਬਰ ਸਿਆਹ, ਇਹਨੂੰ ਵੀ ਕੁੱਟ ਕੇ ਪੀਸ ਕੇ ਕੱਪੜ ਛਾਣ ਕਰ ਲੈਣਾ। ਫਟਕੜੀ ਸਫੈਦ ਖਿੱਲਾ ਕਰਕੇ 1 ਰੱਤੀ। ਬਾਕੀ ਚੀਜ਼ਾਂ 1 ਤੋਲਾ, ਪੂਰੀ ਮਿਰਚ, ਸੁੰਡ, ਖੂਨ ਸ਼ੋਸ਼ਾਂ ਔਰ ਸੁੰਡ, ਮੁਸੱਬਰ ਸਿਆਹ, ਪੂਰੀ ਮਿਰਚ, ਖੂਨ ਸ਼ੋਸ਼ਾਂ, ਇਹ 4 ਚੀਜ਼ਾਂ 1 ਤੋਲਾ ਅਤੇ ਫਟਕੜੀ 1 ਰੱਤੀ ਖਿਲ ਕੀਤੀ ਹੋਈ।
ਤੇ ਸ਼ਹਿਦ ਹਸਬੇ ਜ਼ਰੂਰਤ। ਹਸਬੇ ਜ਼ਰੂਰਤ ਤੋਂ ਮੁਰਾਦ ਉਹਨਾਂ ਕਿ ਜਿੰਨਾ ਕੋ ਕਾਬੂ ਕਰ ਲਵੇ ਉਹਨੂੰ ਆਜੂਨ ਨੂੰ। ਇਹ ਕਿਸੇ ਡੱਬੀ 'ਚ ਪਾ ਕੇ ਰੱਖੋ। ਅਗਰ ਕਿਸੇ ਕਬੂਤਰ ਨੂੰ ਸੋਜ ਆ ਜਾਏ ਤੇ ਉਹਨੂੰ ਕਾਲੇ ਚਨੇ ਜਿੰਨੀ ਆਏ, ਕਬੂਤਰ ਨੂੰ ਬਿਲਕੁਲ 2 ਸੀਸੀ ਪਾਣੀ ਨਾਲ, ਜ਼ਿਆਦਾ ਪਾਣੀ ਨਾਲ ਨਹੀਂ। ਜ਼ਿਆਦਾ ਪਾਣੀ ਤਾਂ ਉਹਦੇ ਅੱਗੇ ਜਿਸਮ 'ਚ ਵੜਿਆ ਹੈ, ਜ਼ਿਆਦਾ ਪਾਣੀ ਦੇਣਾ ਉਹਨੂੰ ਹੋਰ ਨੁਕਸਾਨ ਦਾ ਬਾਇਸ ਬਣੇਗਾ। ਤੇ ਇੱਕ ਦਫਾ ਸੁਬਾਹ ਨਿਹਾਰ ਦੇ ਦਿਓ, ਥੋੜ੍ਹੇ ਜਿਹੇ ਪਾਣੀ ਧੁੱਪੇ ਰੱਖ ਦਿਓ। ਇਹ ਬੜਾ ਪੇਂਟਡ ਨੁਸਖਾ। ਫਿਰ ਸੁਣ ਲਓ, ਮੁਸੱਬਰ ਸਿਆ, ਸੁੰਡ, ਪੂਰੀ ਮਿਰਚ ਤੇ ਖੂਨ ਸ਼ੋਸ਼ਾ 1-1 ਤੋਲਾ, ਫੜਕੜੀ ਸਫੈਦ ਖਿਲ ਕੀਤੀ 1 ਰੱਤੀ, ਤੇ ਸ਼ਹਿਦ ਹਸਬੇ ਜ਼ਰੂਰਤ ਤੋਂ ਮੁਰਾਦ ਹੈ ਕਿ ਜਿਹੜਾ ਉਹ ਸਫੂਫ ਨੂੰ ਕਾਬੂ ਕਰ ਲਵੇ, ਜਿਹਦੀ ਗੋਲੀ ਬਣ ਸਕੇ। ਇਹਦਾ ਮਤਲਬ ਸ਼ਹਿਦ ਦਾ ਹੈ। ਤੇ ਸ਼ਹਿਦ ਵੈਸੇ ਵੀ ਸੋਜ ਦੀ ਦਵਾਈ 'ਚ ਬਹੁਤ ਮੌਸਰ ਆ, ਇਹ ਕਾਮਯਾਬ ਦਵਾਈ ਹੈ। ਇਹ ਹੈ ਉਸਤਾਦ ਦੁੱਲੇ ਉਕਾੜਵੀ, ਜਿਹੜਾ ਲੋਹਾਰ ਬਹੁਤ ਮਸ਼ਹੂਰ ਉਸਤਾਦ ਹੋਇਆ, ਉਹਦੀ ਹਾਜੀ ਅਸਲਮ ਸਾਹਿਬ ਮਾਛੀਵਾਲ ਵਾਲੇ ਦਾ ਉਹ ਉਸਤਾਦ ਵੀ ਆ। ਹੋਰ ਦੋਸਤ ਮੀਆਂ ਮਕਸੂਦ ਬੇਟੂ ਦਾ ਵੀ ਉਸਤਾਦ ਸੀ ਉਹ। ਦੂਸਰੀ, ਕਿਸੇ ਜ਼ਮਾਨੇ 'ਚ ਪਹਿਲਾਂ 75 ਈਬੀ ਤਹਿਸੀਲ ਆਰਵਾਲਾ ਦੇ ਵਿੱਚ ਬਹੁਤ ਬੜਾ ਕਬੂਤਰਾਂ ਦਾ ਜੰਕਸ਼ਨ ਹੁੰਦਾ ਸੀ। ਸਾਰੇ ਪਾਕਿਸਤਾਨ ਦੇ ਖਿਲਾੜੀ, ਚੂँਕਿ ਤਹਿਸੀਲ ਦੀਪਾਲਪੁਰ ਜਿਹੜੀ ਆ ਇਹ ਜ਼ਿਆਦਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਨਾਲ ਚੂँਕਿ ਰਿਲੇਟਡ ਹੈ। ਇੰਡੀਆ 'ਚੋਂ ਲੋਕ ਜਿਹੜੇ ਉਹ ਆਏ ਉੱਠ ਕੇ ਸਾਰੇ ਜ਼ਿਆਦਾ ਫਿਰੋਜ਼ਪੁਰ ਦੇ ਤਹਿਸੀਲ ਦੀਪਾਲਪੁਰ 'ਚ ਨੇ। ਇਸ ਵਾਸਤੇ ਸ਼ੌਕੀਨ ਵੀ ਜ਼ਿਆਦਾ ਤਹਿਸੀਲ ਦੀਪਾਲਪੁਰ ਸੀ। ਇਸ ਵਾਸਤੇ ਮਰਕਜ਼ ਉਦੋਂ ਤਹਿਸੀਲ ਆਰਵਾਲੇ ਦਾ 75 ਈਬੀ ਸੀ। ਇੱਥੇ ਜਿਸਲੇ ਬਾਦੀਆਂ ਉੱਡਦੀਆਂ ਸੀ, ਅਗਰ ਕੋਈ ਕਬੂਤਰ ਸੁੱਜ ਜਾਏ ਤੇ ਉਹ ਪਾਨ ਦੀ ਜੜ, ਮੱਕੀ ਦੇ ਦਾਣੇ ਦੇ ਬਰਾਬਰ, 2 ਕਾਲੀਆਂ ਮਿਰਚਾਂ, 1 ਮੁਨੱਕਾ ਤੇ ਸ਼ਹਿਦ ਦੇ 2-3 ਕਤਰੇ, ਇਹਦਾ ਕਾੜਾ ਬੋਇਲ ਕਰਕੇ 5-7 ਸੀਸੀ ਦੇ ਕੇ ਕਬੂਤਰ ਦੀ ਸੋਜ ਉਤਾਰਦੇ ਸੀ ਜੜ ਪਾਨ ਨਾਲ। ਜੜ ਪਾਨ, ਮੁਨੱਕਾ, ਕਾਲੀ ਮਿਰਚ ਤੇ ਸ਼ਹਿਦ, ਇਹ 4 ਚੀਜ਼ਾਂ। ਹੁਣ ਜਿਹੜੀ ਵਜੂਹਾਤ ਹੈ, ਕਬੂਤਰ ਪਾਣੀ ਦੀ ਜ਼ਿਆਦਤੀ ਨਾਲ ਵੀ ਸੋਚ ਸਕਦਾ, ਲੇਕਿਨ ਜਿਸਲੇ ਪਾਣੀ ਦੀ ਜ਼ਿਆਦਤੀ ਉਦੋਂ ਸੋਚਦਾ ਜਿਸਲੇ ਕਬੂਤਰ ਆਪਣੀ ਅਸਲ ਜਗ੍ਹਾ ਤੋਂ ਪਾਣੀ ਐਗਜ਼ਾਸਟ ਨਾ ਹੋਵੇ। ਯਾਨੀ ਬਿੱਠ ਵਾਲੀ ਜਗ੍ਹਾ ਤੋਂ ਜਦੋਂ ਕਬੂਤਰ ਦਾ ਪਾਣੀ ਨਹੀਂ ਜਾਂਦਾ, ਉਸ ਵੇਲੇ ਕਬੂਤਰ ਦਾ ਪਾਣੀ ਉਹ ਪਾਣੀ ਫਿਰ ਜਿਸਮ ਦੇ ਦੂਸਰੇ ਹਿੱਸਿਆਂ 'ਚ ਫੈਲ ਜਾਂਦਾ। ਇਸ ਵਾਸਤੇ ਸੋਜੇ ਦੀ ਵਜ੍ਹਾ ਤਾਂ ਬਣਦੀ ਇਹ ਹੈ। ਤੇ ਇਲਾਜ ਮੈਂ ਤੁਹਾਨੂੰ ਦੱਸਿਆ। ਤੇ ਦੂਸਰੀ ਇੱਕ ਸਸਤਾ ਇਲਾਜ ਹੋਰ ਆ ਜਿਹੜਾ ਬੜਾ ਹੀ ਪੇਟੈਂਟ ਆ ਕਿ 10 ਦਾਣੇ 10-12 ਦਾਣੇ ਮਿਸਰੀ, ਕੂਜ਼ਾ ਮਿਸਰੀ ਦੇ, ਕਣਕ ਦੇ ਦਾਣੇ ਜਿੰਨੇ ਸੁਬਾਹ ਨਿਹਾਰ ਸੋਜੇ ਵਾਲੇ ਕਬੂਤਰ ਨੂੰ ਦੇ ਕੇ 1 ਸੀਸੀ ਪਾਣੀ ਦੇ ਕੇ, ਤਾਂ ਕਿ ਉਹ ਨਾਲ ਸ਼ੀਰਾ ਬਣ ਜਾਏਗਾ, ਉਹਨੂੰ ਧੁੱਪੇ ਰੱਖ ਦਿਓ। ਅੱਲਾ ਦੇ ਹੁਕਮ ਨਾਲ ਉਹਦੀ ਸੋਜ ਕਦੇ ਵੀ ਜ਼ਿੰਦਗੀ 'ਚ ਨਹੀਂ ਆਏਗੀ। ਇਹਦਾ ਮਤਲਬ ਕੀ ਆ ਕਿ ਇਹ ਜਲਾਬਾਵਰ ਚੀਜ਼ਾਂ ਜਿਹੜੀਆਂ ਇਹ ਸੋਜਾ ਖ਼ਤਮ ਕਰਦੀਆਂ ਨੇ। ਕਿਉਂਕਿ ਇਹ ਕਬਜ਼ ਇਹਦੀ ਯਕੀਨੀ ਬਾਤ ਆ ਕਿ ਇਹ ਇਹਦੀ ਮੇਨ ਅਲਾਮਤ ਆ। ਜਦੋਂ ਕਬੂਤਰ ਰੁਕਦਾ ਉਹ ਸੋਜਣ ਦੀ ਵਜ੍ਹਾ ਬਣਦਾ। ਇਹ ਕੂਜ਼ਾ ਮਿਸਰੀ ਵੀ ਇਹਦਾ ਇਲਾਜ ਆ। ਕੂਜ਼ਾ ਮਿਸਰੀ ਜਿਹੜਾ ਹੈ, ਇਹ ਕੂਜ਼ਾ ਮਿਸਰੀ ਦਾ ਮਤਲਬ ਇਹ ਆ ਵੀ ਕੁੱਟ ਕੇ ਕਣਕ ਦੇ ਦਾਣੇ ਦੇ 10-12 ਪੀਸ ਕਰ ਲਓ ਤੇ ਧੋ ਕੇ ਇਕੱਠੀ ਦੇ ਕੇ ਤੇ ਪਾਣੀ ਦੇ ਕੇ 1 ਸੀਸੀ 2 ਸੀਸੀ ਜਿੰਨਾ ਸ਼ੀਰਾ ਬਣ ਜਾਏ ਤੇ ਪਿਆ ਰਹਿਣ ਦਿਓ, ਆਪੇ ਖੁਦ ਹੀ ਖੁਦ ਸੋਜਾ ਕਰ ਦੇਗਾ ਤੁਹਾਨੂੰ। ਕੁਛ ਮੈਂ ਖਿਲਾੜੀ ਦੇਖੇ ਆ ਜਿਹੜੇ ਸੰਦਲ ਦਾ ਸ਼ਰਬਤ ਪਿਓਰਟੀ 'ਚ, ਇਹ ਨਹੀਂ ਮੈਂ ਕਹਿ ਰਿਹਾ ਬਈ ਸੰਦਲ 'ਚ ਪਾਣੀ ਪਾ ਲਓ, ਨਹੀਂ, ਸੰਦਲ ਦਾ ਸ਼ਰਬਤ ਪਿਓਰਟੀ 'ਚ 10 ਸੀਸੀ ਸੁਬਾਹ ਦੇ ਕੇ ਕਬੂਤਰ ਨੂੰ ਧੁੱਪੇ ਰੱਖ ਦਿਓ, ਉਹ ਵੀ ਸੋਜ਼ਿਸ਼ ਨੂੰ ਖ਼ਤਮ ਕਰੇਗਾ। ਲੇਕਿਨ ਸੰਦਲ ਦਾ ਸ਼ਰਬਤ ਖਾਲਸ ਹੋਵੇ। ਇਹਦਾ ਮਤਲਬ ਸਾਬਤ ਕੀ ਹੋਇਆ ਕਿ ਇਹ ਵੀ ਚੁੱਕੇ ਜਲਾਬਾਵਰ ਸ਼ੀਰੇ ਵਾਲੀ ਚੀਜ਼ ਆ। ਇਹ ਤੋਂ ਸਾਬਤ ਹੁੰਦਾ ਕਿ ਰੁਕਣ ਦੀ ਵਜ੍ਹਾ ਹੀ ਕਬੂਤਰ ਦੇ ਅੰਦਰ ਇਹ ਸੋਜ਼ਿਸ਼ ਦੀ ਵਜ੍ਹਾ ਬਣਦੀ, ਜਿਹੜਾ ਰੁਕਦਾ ਉਹ ਸੋਚਦਾ। ਤੇ ਬਾਕੀ ਇਸ ਕਿਸਮ ਦੇ ਟੋਟਕੇ ਹੋਰ ਵੀ ਹਨ। ਇਹਦੀ ਟਕੋਰ ਵੀ ਕਰੋ। ਫਿਰ ਜਦੋਂ ਕਬੂਤਰ ਸੋਜਾ ਲੈ ਜਾਏ ਫਿਰ 1-2 ਦਿਨ ਸੁੱਕਾ ਛੱਡੋ ਤਾਂ ਕਿ ਕਬੂਤਰ ਦੁਬਾਰਾ ਸੋਜ ਨਾ ਆਵੇ। ਕਿਸੇ ਵੇਲੇ ਬੰਦੇ ਮੋੜ ਦੇ ਲੈਂਦੇ ਜਾਣ ਲੱਗੇ ਨੂੰ, ਉਹ ਕਦੀ ਵੀ ਜ਼ਿੰਦਗੀ ਨਹੀਂ ਸੁੱਜਿਆ। ਜਿਹੜੇ ਬੰਦੇ ਗੰਦਮ ਦੇ ਦਾਣੇ ਜਿਹਨਾਂ ਪੱਕਾ ਮੋੜ ਦੇ ਕੇ ਕਬੂਤਰ ਨੂੰ ਪਾਣੀ ਬਿਸ਼ੱਕ ਚੁਕਾ ਦੇਣ, ਸੁੱਜੇ ਨੂੰ ਵੀ ਇਨਸ਼ਾਅੱਲਾ ਕਦੀ ਨਹੀਂ ਸੁੱਜੇਗਾ, ਕਦੀ ਨਹੀਂ ਸੁੱਜੇਗਾ। ਇਹ ਗਰੰਟਡ ਵਾਲੀ ਬਾਤ। GPS ਸਾਹਿਬ ਹੁਣ ਹੋਰ ਦੱਸੋ। ਉਸਤਾਦ ਜੀ, ਜਿਹੜੇ ਕਬੂਤਰ ਆ ਜਿਹੜਾ ਪੁਰਾਣਾ ਗੋੜ ਹੁੰਦਾ ਸੀ, ਲੋਕ ਪੁਰਾਣੇ ਉਸਤਾਦ ਜਿਹੜੇ ਆ ਉਹ ਤੇ ਨਹੀਂ ਕਰਦੇ, ਜਿਹੜੇ ਨਵੇਂ ਉਸਤਾਦ ਹੈਗੇ ਆ ਕਹਿੰਦੇ ਜੀ ਪੁਰਾਣਾ ਗੁੜ ਲੱਭ ਕੇ ਲਿਆਓ। ਇਹ ਪੁਰਾਣੇ ਗੁੜ ਦੀ ਕੀ ਵਜ੍ਹਾ ਹੁੰਦੀ ਆ ਜੀ? ਮੇਰੀ ਹੁਣ ਗੱਲ ਸੁਣ ਲਓ ਸਾਰੇ ਦੋਸਤ। ਮੈਂ ਉਹ ਗੱਲ ਦੱਸਣ ਲੱਗਾ ਜਿਹੜੀ ਹੁਣ ਸਾਇੰਸ ਵੀ ਦੱਸ ਰਹੀ ਹੈ। ਪੁਰਾਣਾ ਗੁੜ ਇੱਕ ਜ਼ਹਿਰ ਹੈ। ਪੁਰਾਣੇ ਗੁੜ ਦੇ ਵਿੱਚ ਇੰਨਾ ਬੈਕਟੀਰੀਆ ਹੁੰਦਾ ਕਿ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ। ਇਹ ਜਰਾਸੀਮਾਂ ਨਾਲ ਭਰਿਆ ਹੁੰਦਾ। ਪੁਰਾਣੇ ਗੁੜ ਦਾ ਕੋਈ ਹਕੀਕਤ ਨਾਲ ਤਾਲੁਕ ਨਹੀਂ। ਦੁਸਾਲਾ ਗੁੜ ਇਫੈਕਟਿਵ ਗੁੜ ਆ। ਦੂਸਰੇ ਸਾਲ ਦਾ ਗੁੜ ਹਰ ਚੀਜ਼ ਉਹ ਰੰਗ ਕਾੜ ਤੋਂ ਪਾਕ ਹੋ ਜਾਂਦਾ, ਬਾਕੀ ਚੀਜ਼ੋਂ ਪਾਕ ਹੋ ਜਾਂਦਾ। ਇਹ ਕਾਮਯਾਬ ਆ। ਸਾਡਾ ਇੱਕ ਦੋਸਤ ਸੀ ਕਾਜ਼ੀ ਮੁਅਜ਼ਮ ਚੱਕੀ ਵਾਲਾ, ਮਸ਼ਹੂਰ ਸੀ। ਇੱਕ ਦਫਾ ਗੁੜ ਬਣਾਉਣ ਲੱਗੇ ਤਾਂ ਉਹਨੇ ਕਿਹਾ, ਇੱਕ ਉਸਤਾਦ ਪੁਰਾਣਾ, ਉਹ ਕਹਿਣ ਲੱਗਾ ਜੀ ਪੁਰਾਣਾ ਗੁੜ ਲੱਭ ਕੇ ਲਿਆਓ। ਤਾਂ ਉਹਨੇ ਕਿਹਾ ਜੀ ਸਨ 1960 'ਚ ਮੇਰੀ ਸ਼ਾਦੀ ਹੋਈ ਸੀ ਤਾਂ ਮੇਰੇ ਕੋਲ ਮੇਰੀ ਬਿੱਧ, ਉਹ ਬਿੱਧ ਕੋਈ ਰਸਮ ਰਿਵਾਜ ਦਾ ਹੋਏਗੀ ਹਿੱਸਾ, ਉਹ ਮੇਰੇ ਕੋਲ ਪਿਆ ਘੜੇ 'ਚ।
ਉਹ ਜਿਸਲੇ ਇੱਕ ਬੁੱਕ ਭਰ ਕੇ ਲਿਆਇਆ ਉਹਦੇ 'ਚ ਕੋਈ ਹਜ਼ਾਰਾਂ ਕੀੜਾ ਮਕੌੜਾ, ਯਾਨੀ ਪੁਰਾਣੇ ਗੁੜ ਦੇ ਵਿੱਚ ਬੈਕਟੀਰੀਆ ਹੁੰਦਾ। ਇਹਨੂੰ ਬਿਲਕੁਲ ਨਾ ਇਸਤੇਮਾਲ ਕਰਨਾ। ਖੁਦਾ ਵਾਸਤੇ ਪੁਰਾਣੇ ਗੰਦੇ ਦੇ ਮਗਰ ਗੱਲ ਨਾ ਲੱਗੋ। ਦੁਸਾਲਾ ਗੁੜ, ਪਹਿਲੇ ਸਾਲ ਦਾ ਗੁੜ ਇਹ ਹੀ ਆ। ਜੇ ਤੁਹਾਨੂੰ ਇਨਸਾਨ ਨੂੰ ਖਾਣ ਨੂੰ ਚੰਗਾ ਲੱਗੇ ਉਹ ਪਰਿੰਦੇ ਨੂੰ ਦਿਓ। ਪੁਰਾਣਾ ਗੁੜ ਕੋਈ ਬੰਦਾ ਖਾ ਕੇ ਦੇਖੇਗਾ ਸ਼ਾਮ ਨੂੰ ਮਰਿਆ ਪਿਆ ਹੋਏਗਾ। ਤੇ ਖੁਦਾ ਵਾਸਤੇ ਪੁਰਾਣੇ ਗੁੜ ਤੋਂ ਬਚੋ। ਦੱਸੋ ਜੀ। ਗੁਜ਼ਾਰਿਸ਼ ਹੈ, ਕੁਛ ਐਸੀਆਂ ਗੱਲਾਂ ਨੇ ਜਿਨ੍ਹਾਂ ਜ਼ਿਮਨਨ ਮੈਂ ਇਸ ਵਾਸਤੇ ਦੱਸ ਰਿਹਾ ਵੀ ਸ਼ਾਇਦ ਦੁਬਾਰਾ ਫਿਰ ਮੌਕਾ ਨਹੀਂ ਮਿਲਦਾ ਕਿਸੇ ਵੇਲੇ। ਇਹ ਜਿਹੜਾ ਸਾਦਾ ਗੁੜ ਹੈ ਨਾ ਜੀ, ਇਹ ਕਬੂਤਰ ਨੂੰ ਵਾਸ਼ ਕਰਨ 'ਚ ਵੀ ਮਦਦ ਕਰਦਾ। ਅਗਰ ਕੋਈ ਕਬੂਤਰ ਤੁਸੀਂ ਗਰਮੀ ਦੇ ਮੌਸਮ 'ਚ ਲੇਟ ਸਾਫ਼ ਕੀਤਾ, ਗਰਮੀ ਜ਼ਿਆਦਾ ਪੈ ਗਈ ਆ, ਕਬੂਤਰ ਜਲਦੀ ਬੈਠ ਗਿਆ, ਸਮਝੋ ਕਬੂਤਰ ਦੀ ਛੱਟੀ ਦੇ ਵਿੱਚ ਕੋਈ ਨਾ ਕੋਈ ਮੁਆਦ ਰਹਿ ਜਾਂਦਾ, ਉਦੋਂ ਕਬੂਤਰ ਨੂੰ ਪੂਰਾ ਕਰਨ ਦੇ ਵਿੱਚ ਜਿਹੜੇ ਆਖਰੀ ਪਾਣੀ ਆ ਉਹਦੇ 'ਚ ਬਿਲਕੁਲ ਗੰਦਮ ਦੇ ਦਾਣੇ ਦੇ ਬਰਾਬਰ ਸਾਦਾ ਗੁੜ ਦਿਓਗੇ ਨਾ ਜੀ, ਤੇ ਉਹ ਕਬੂਤਰ ਦੀ ਛੱਟੀ ਸਾਫ਼ ਹੋ ਜਾਏਗੀ। ਉਹ ਇਨਸ਼ਾਅੱਲਾ ਕਬੂਤਰ ਵੀ ਸਿਹਤਮੰਦ ਹੋ ਜਾਏਗਾ। ਇਸ ਵਾਸਤੇ ਇਹ ਬਾਤ ਬਿਲਕੁਲ ਇਫੈਕਟਿਵ ਬਾਤ ਹੈ, ਕਾਮਯਾਬ ਬਾਤ ਹੈ। ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਇਹਦੇ ਨਾਲ ਮੈਂ ਹੋਰ ਗੱਲ ਦੱਸ ਰਿਹਾ ਕਿ ਦਵਾਈ ਨਾਲੋਂ ਜ਼ਿਆਦਾ ਬਿਹਤਰ ਇਹ ਹੁੰਦਾ ਕੱਚਿਆਂ ਕਬੂਤਰਾਂ ਨੂੰ ਹਲਕਾ ਹਲਕਾ ਟਕੋਰ ਲਓ। ਟਕੋਰਨਾ ਇਹ ਨਹੀਂ ਕਿ ਅੰਗੀਠੇ ਟਕੋਰੋ ਜਾਂ ਹੀਟਰ 'ਤੇ ਟਕੋਰੋ। ਟਕੋਰਨਾ ਦਾ ਮਤਲਬ ਇਹ ਆ ਕਿ ਕਿਸੇ ਐਸੀ ਡਿੰਮੀ ਅੱਗ 'ਤੇ, ਐਸੀ ਬੁਝੀ ਅੱਗ 'ਤੇ, ਜਿਹੜੀ ਪਾਥੀਆਂ ਦੀ ਡਿੰਮੀ ਅੱਗ ਆ ਚੁਲਮਾਂ ਦੇ 'ਚ, ਜਿਹੜੇ ਪੁਰਾਣੇ ਬੰਦੇ ਹੁੱਕਾ ਪੀਂਦੇ ਨੇ ਉਹਨਾਂ ਦੇ ਜਦੋਂ ਹੁੱਕੇ ਬੁੱਝ ਜਾਂਦੇ ਨੇ, ਉਹਨਾਂ ਕੀ ਹੀਟ ਕਬੂਤਰ ਬਰਦਾਸ਼ਤ ਕਰ ਸਕਦਾ। ਕੁਝ ਲੋਕ ਮੂੰਹ ਦੀ ਹਵਾੜ ਨਾਲ ਇੰਨਾ ਹੀਟ ਹੁੰਦੀ। ਇਸ ਵਾਸਤੇ ਕਬੂਤਰ ਨੂੰ ਬਜਾਏ ਦਵਾਈ ਦਾਰੂ ਦੇਣ ਦੇ ਕੁੰਦਿਆਂ ਨੂੰ, ਕਮਰ ਨੂੰ, ਜਿੱਥੇ ਕੱਚੇ ਕਬੂਤਰ ਨੂੰ ਜ਼ਰੂਰਤ ਆ ਉਹਨੂੰ ਹਲਕਾ ਟਕੋਰੋਗੇ ਤੇ ਇਨਸ਼ਾਅੱਲਾ ਤੁਸੀਂ ਕਾਮਯਾਬ ਹੋਵੋਗੇ। ਦੂਸਰੀ ਗੱਲ, ਜਿਹੜੇ ਕਬੂਤਰ ਤਿਆਰ ਕਬੂਤਰ ਸੁਬਾਹ ਹੀ ਘਰ ਨੂੰ ਆਉਣ ਲੱਗ ਪੈਂਦੇ ਨੇ ਕੁਛ ਦਿਨ ਪ੍ਰਵਾਦ ਕਰਨ ਤੋਂ ਬਾਅਦ, ਉਹ ਵੀ ਪਾਣੀ ਦੀ ਵਜ੍ਹਾ ਹੁੰਦੀ ਆ। ਅਸੀਂ ਪਾਣੀ ਦੇਣ ਜੋ ਜਲਦੀ ਕਰਦੇ ਹਾਂ ਤਾਂ ਫਿਰ ਉਹ ਕਬੂਤਰ ਆਪਣੀ ਅਸਲ ਪ੍ਰਵਾਸ ਤੋਂ ਹਟ ਕੇ ਉਹ ਪਾਣੀ ਦੀ ਬਿਫਤੇ ਨਾਲ ਉਹ ਕਬੂਤਰ ਪਾਣੀ ਮੁਖਤਲਿਫ ਜਗ੍ਹਾ ਚਲੇ ਜਾਂਦਾ, ਅਤੇ ਉਸ ਵਾਸਤੇ ਉਹ ਫਿਰ ਕਬੂਤਰ ਘਰ ਨੂੰ ਆ ਜਾਂਦੇ ਨੇ, ਜਲਦੀ ਆਉਂਦੇ ਨੇ। ਉਹਨੂੰ ਵੀ ਇਹ ਦਵਾਈ ਦਿਓ ਜਿਹੜੀ ਮੈਂ ਦੱਸੀ ਆ ਪੂਰੀ ਮਿਰਚ ਵਾਲੀ, ਅਤੇ ਉਹਨੂੰ ਹਲਕਾ ਕੁੰਦਿਆਂ ਨੂੰ ਟਕੋਰੋ ਅਤੇ ਇਨਸ਼ਾਅੱਲਾ ਤੁਹਾਨੂੰ ਕਿਸੇ ਦੀ ਮੁਹਤਾਜੀ ਦੀ ਜ਼ਰੂਰਤ ਨਹੀਂ, ਕਾਮਯਾਬ ਖਿਲਾੜੀ ਬਣੋਗੇ। ਇਹ ਮੈਂ ਨੌਜਵਾਨਾਂ ਨੂੰ ਦੱਸ ਰਿਹਾ। ਪੁਰਾਣੇ ਬੰਦੇ ਤਾਂ ਜੇ ਆਪਣੀ ਮਰਜ਼ੀ ਕਰਦੇ ਨੇ ਕਰ ਲੈਣ, ਲੇਕਿਨ ਨੌਜਵਾਨ ਜਿਹੜੇ ਬੰਦੇ ਨੇ ਇਹਨੂੰ ਜ਼ਰੂਰ ਅਪਣਾਓ। ਹਲਕਾ ਕਬੂਤਰ ਨੂੰ ਟਕੋਰੋ, ਕੱਚਿਆਂ ਕਬੂਤਰ ਨੂੰ ਟਕੋਰ ਨਾਲ ਠੀਕ ਕਰੋ। ਅਗਰ ਭਲਾਂ ਪੈ ਜਾਣ, ਠੱਕਾਂ ਪੈ ਜਾਣ, ਤੇ ਬਜਾਏ ਦਵਾਈ ਦੇਣ ਦੇ ਕੋਈ ਦਾਲਚੀਨੀ, ਵੱਡੀ ਇਲਾਇਚੀ, ਲੌਂਗ ਦੇਣ ਦੇ ਉਹਨੂੰ ਟਕੋਰ ਲਓ ਪੋਲੇ। ਇਸ ਵਾਸਤੇ ਇਹ ਜ਼ਿਆਦਾ ਬਿਹਤਰ ਹੈ। ਖਾਲਿਦ ਮਹਿਮੂਦ PK ਆਫ ਬੂਰੇਵਾਲਾ। ਇਨਸ਼ਾਅੱਲਾਹ ਤਾਲਾ ਇਹ ਮਾਲੂਮਾਤੀ ਪ੍ਰੋਗਰਾਮ 5-6 ਦਿਨ ਬਾਅਦ ਇੱਕ ਅੱਧੀ ਵੀਡੀਓ ਅੱਛੀ ਤੋਂ ਅੱਛੀ ਉਸਤਾਦਾਂ ਦੀ ਕਮ ਅਜ਼ ਕਮ 5-7 ਵੀਡੀਓ। ਔਰ ਜਿਸ ਦੋਸਤ ਨੂੰ ਵੀ ਕਿਸੇ ਕਿਸਮ ਦੀ ਕੋਈ ਮਾਲੂਮਾਤ ਚਾਹੀਦੀ ਹੋਵੇ, ਮੇਰੇ ਨੰਬਰ ਉੱਪਰ ਸਕਰੀਨ 'ਤੇ ਆ ਰਹੇ ਆ ਖਾਲਿਦ ਮਹਿਮੂਦ PK ਦੇ, ਉਹ ਮੈਨੂੰ ਕਮੈਂਟ ਦੇ ਵਿੱਚ ਉਹ ਲਿਖ ਦੇਣ। ਇਨਸ਼ਾਅੱਲਾਹ ਤਾਲਾ ਉਸੇ ਮਾਲੂਮਾਤ ਦੇ ਉੱਤੇ ਉਸਤਾਦ ਦੀ ਵੀਡੀਓ ਬਣਾਵਾਂਗੇ। ਔਰ ਤਮਾਮ ਇੱਕ ਆਦਮੀ ਨੂੰ ਨਹੀਂ ਅਸੀਂ ਉਹ ਦੱਸਣੀ, ਸਾਰੀ ਦੁਨੀਆ ਨੂੰ ਹੀ ਅਸੀਂ ਇਹ ਮਾਲੂਮਾਤੀ, ਇਹ ਉਸਤਾਦ ਵੀ ਅਤੇ ਖਾਲਿਦ ਮਹਿਮੂਦ PK ਵੀ, ਇਹ ਅਸੀਂ ਤਬਲੀਗ ਵਾਸਤੇ ਨਿਕਲ ਪਏ ਇਨਸ਼ਾਅੱਲਾਹ ਤਾਲਾ। ਔਰ ਦੋਸਤਾਂ ਨੂੰ ਹਰ ਚੀਜ਼ ਤੋਂ ਅੱਛੀ ਟਿਪ ਦੱਸਾਂਗੇ। ਔਰ ਜਿੰਨੇ ਵੀ ਦੋਸਤ ਹੈਗੇ ਆ, ਬੇਸ਼ੱਕ ਉਹ ਸਾਡੇ ਨਾਲ ਲਿੰਕ ਨਹੀਂ ਹੈਗੇ, ਬੇਸ਼ੱਕ ਹਰੀਫ ਹੈਗੇ ਆ, ਜਿਹੜਾ ਆਦਮੀ ਉਸਤਾਦਾਂ ਦੀ ਗੱਲ ਨੂੰ ਕਦਰ ਨਾਲ ਪੱਲੇ ਨਾਲ ਬੰਨ੍ਹ ਲਏਗਾ ਉਹ ਇਨਸ਼ਾਅੱਲਾਹ ਤਾਲਾ ਕਾਮਯਾਬ ਹੋਏਗਾ।